ਉਹਨਾਂ ਦਾ ਸਿੱਖ ਸੱਭਿਆਚਾਰ ਤੇ ਕਿੰਨਾ ਕੁ ਪ੍ਰਭਾਵ ਪੈ ਰਿਹਾ ਹੈ? ਸਰਦਾਰ ਅਮਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ ਜੀ। ਫਤਿਹ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ, ਅੱਜ ਦੇ ਵਿਸ਼ੇ ਨੂੰ ਰੱਖੜੀ ਦੇ ਤਿਉਹਾਰ ਦੇ ਨਾਲ ਜੋੜਨ ਲਈ ਆਪ ਜੀ ਦਾ ਧੰਨਵਾਦ ਹੈ, ਕਿਉਂਕਿ ਸਤਿਗੁਰੂ ਜੀ ਦਾ ਪਾਵਨ ਬਚਨ ਬਾਣੀ ਅੰਦਰ ਆਉਂਦਾ ਹੈ, ਜਾਲੋਂ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ। ਭਾਵੇਂ ਸਾਡੇ ਲੋਕਾਂ ਦੇ ਮਨਾਂ ਦੇ ਅੰਦਰ ਇਹ ਗੱਲ ਬਿਲਕੁਲ ਚੰਗੀ ਤਰ੍ਹਾਂ ਵਸ ਚੁੱਕੀ ਹੈ, ਘਰ ਕਰ ਚੁੱਕੀ ਹੈ ਕਿ ਜਿਹੜੀ ਰੱਖੜੀ ਹੈ ਇਹ ਭੈਣ ਅਤੇ ਭਰਾ ਦਾ ਇੱਕ ਦੂਜੇ ਦੀ ਭਰਾ ਵੱਲੋਂ ਭੈਣ ਦੀ ਰੱਖਿਆ ਕਰਨ ਦਾ ਵਚਨ ਹੈ। ਜਦੋਂ ਇੱਕ ਭਰਾ ਜਾਂ ਉਹਦੀ ਭੈਣ ਆਪਣੇ ਭਰਾ ਦੇ ਗੁੱਟ ਦੇ ਉੱਤੇ ਰੱਖੜੀ ਬੰਨ੍ਹਦੀ ਹੈ ਅਤੇ ਉਹਦੇ ਕੋਲੋਂ ਇਹ ਵਚਨ ਲੈਂਦੀ ਹੈ ਕਿ ਤੂੰ ਸਾਰੀ ਉਮਰ ਮੇਰੀ ਰੱਖਿਆ ਕਰੇਗਾ। ਪਰ ਸਿੱਖ ਧਰਮ ਅਜਿਹਾ ਨਹੀਂ ਸੋਚਦਾ। ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਸੋਚ ਸੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਂ ਇਹ ਗੱਲ ਆਖੀ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਜਿਹੜੇ ਲੋਕ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਸਨ, ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਔਰਤ ਨੂੰ ਆਪਣਾ ਸਿਰ ਉੱਚਾ ਚੁੱਕ ਕੇ ਸਮਾਜ ਦੇ ਅੰਦਰ ਜੀਣ ਦਾ ਹੱਕ ਦਿੱਤਾ ਹੈ। ਅਤੇ ਜਦੋਂ ਅਸੀਂ ਰੱਖੜੀ ਦੇ ਤਿਉਹਾਰ ਵਾਲੇ ਪਾਸੇ ਜਾਂਦੇ ਹਾਂ, ਸਭ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਕਿ ਜਿਹੜੀ ਇੱਕ ਬੱਚੀ ਆਪਣੇ ਬਾਪ ਦੇ ਘਰ ਜਨਮ ਲੈਂਦੀ ਹੈ, ਪਹਿਲਾਂ ਆਪਣੇ ਬਾਪ ਤੇ ਨਿਰਭਰ ਹੁੰਦੀ ਹੈ। ਉਸ ਤੋਂ ਬਾਅਦ ਜਦੋਂ ਉਹ ਵਿਆਹ ਕੇ ਵੱਡੀ ਹੋ ਜਾਂਦੀ ਹੈ, ਵਿਆਹੀ ਜਾਂਦੀ ਹੈ, ਅਤੇ ਫਿਰ ਉਹ ਆਪਣੇ ਪਤੀ ਤੇ ਅਤੇ ਉਸ ਤੋਂ ਬਾਅਦ ਆਪਣੇ ਭਰਾਵਾਂ ਤੇ ਸਾਰੀ ਉਮਰ ਨਿਰਭਰ ਰਹਿੰਦੀ ਹੈ। ਪਰ ਗੁਰਮਤ ਇਸ ਚੀਜ਼ ਨੂੰ ਨਹੀਂ ਮੰਨਦੀ। ਮੈਂ ਆਪ ਜੀ ਨੂੰ ਇੱਕ ਦੋ ਇਤਿਹਾਸ ਦੀਆਂ ਉਦਾਹਰਨਾਂ ਦੇਣਾ ਚਾਹੁੰਦਾ ਹਾਂ ਕਿ ਰੱਖੜੀ ਸ਼ੁਰੂ ਕਿਵੇਂ ਹੋਈ। ਭਾਵੇਂ ਸਾਡੇ ਧਰਮ ਦੇ ਅੰਦਰ ਰੱਖੜੀ ਦਾ ਕੋਈ ਅਸਤਿਤਵ ਨਹੀਂ, ਪੁਰਾਤਨ ਸਮੇਂ ਦੇ ਵਿੱਚ ਸਭ ਤੋਂ ਪਹਿਲਾਂ ਇਤਿਹਾਸਕਾਰ ਦੱਸਦੇ ਹਨ ਕਿ ਇੰਦਰ ਦੇਵਤਾ ਦੇ ਉੱਤੇ ਜਦੋਂ ਰਾਖਸ਼ਾਂ ਨੇ ਹਮਲਾ ਕੀਤਾ ਤਾਂ ਉਹਨਾਂ ਦੀ ਜਿਹੜੀ ਪਤਨੀ ਸੀ ਇੰਦਰ ਦੇਵਤਾ ਦੀ ਸਚੀ, ਉਸ ਨੇ ਬ੍ਰਹਿਸਪਤੀ ਕੋਲ ਜਾ ਕੇ ਬੇਨਤੀ ਕੀਤੀ ਅਤੇ ਬ੍ਰਹਿਸਪਤੀ ਨੇ ਉਸ ਨੂੰ ਜੁਗਤੀ ਦਿੱਤੀ ਕਿ ਤੂੰ ਇੱਕ ਰੱਖ ਰੂਪੀ ਧਾਗਾ ਇੰਦਰ ਦੇਵਤੇ ਦੇ ਗੁੱਟ ਤੇ ਬੰਨ। ਸਭ ਤੋਂ ਪੁਰਾਤਨ ਇਤਿਹਾਸ ਇਹ। ਅਤੇ ਦੂਜੀ ਗੱਲ, ਜਿਸ ਵਕਤ ਕ੍ਰਿਸ਼ਨ ਮਹਾਰਾਜ ਮਹਾਭਾਰਤ ਦੇ ਅੰਦਰ ਜੰਗ ਲੜਦਿਆਂ ਥੋੜਾ ਉਹਨਾਂ ਦੇ ਜ਼ਖਮ ਹੋਇਆ ਅਤੇ ਫਿਰ ਦ੍ਰੋਪਦੀ ਨੇ ਆਪਣੇ ਕੱਪੜੇ ਦਾ, ਸਾੜੀ ਦਾ ਪੱਲੂ ਪਾੜ ਕੇ ਕ੍ਰਿਸ਼ਨ ਮਹਾਰਾਜ ਦੀ ਉਂਗਲੀ ਤੇ ਬੰਨਿਆ ਅਤੇ ਉਹਨਾਂ ਤੋਂ ਵਚਨ ਲਿਆ ਕਿ ਜਦੋਂ ਮੈਨੂੰ ਲੋੜ ਪਵੇ ਤੁਸੀਂ ਮੇਰੀ ਰੱਖਿਆ ਕਰੋਗੇ। ਅਤੇ ਆਪਾਂ ਇਤਿਹਾਸ ਵੇਖਦੇ ਹਾਂ ਕਿ ਜਦੋਂ ਦ੍ਰੋਪਦੀ ਦਾ ਚੀਰ ਹਰਨ ਹੋਇਆ ਤਾਂ ਉੱਥੇ ਕ੍ਰਿਸ਼ਨ ਨੇ ਉਹਨਾਂ ਦੀ ਰੱਖਿਆ ਕੀਤੀ। ਸੋ ਕਹਿਣ ਤੋਂ ਭਾਵ ਕਿ ਗੁਰਮਤ ਦਾ, ਸਾਡੇ ਸਿੱਖਾਂ ਦਾ ਇਸ ਰੱਖੜੀ ਦੇ ਨਾਲ ਦੂਰ ਦਾ ਕੋਈ ਵਾਸਤਾ ਨਹੀਂ। ਪਰ ਫਿਰ ਸਾਡੇ ਜਿਹੜੇ ਸਿੱਖ ਹਨ ਅਤੇ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਵੇਖਦੇ ਹਾਂ ਕਿ ਸਾਡੀਆਂ ਔਰਤਾਂ ਨੂੰ ਜਿਨ੍ਹਾਂ ਦੇ ਨਾਂ ਦੇ ਪਿੱਛੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੌਰ ਲਾਇਆ, ਉਹਨਾਂ ਨੂੰ ਦੂਜਿਆਂ ਦੀ ਉੱਤੇ ਨਿਰਭਰ ਹੋਣ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਖਦੇ ਹਨ ਕਿ ਅੰਮ੍ਰਿਤ ਪਾਨ ਕਰੋ ਸਾਧ ਸੰਗ। ਅੰਮ੍ਰਿਤ ਪਾਨ ਕਰਕੇ ਜਦੋਂ ਅਸੀਂ ਸ੍ਰੀ ਸਾਹਿਬ ਧਾਰਨ ਕਰਦੇ ਹਾਂ ਤਾਂ ਆਪਣੇ ਆਪ ਹੀ ਸਾਡੇ ਅੰਦਰ ਇਤਨਾ ਬਲ ਆ ਜਾਂਦਾ ਹੈ ਕਿ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਨੇ ਉਹ ਆਪਣੀ ਰੱਖਿਆ ਆਪ ਕਰ ਸਕਦੇ ਹਨ ਜੀ। ਹਾਂਜੀ, ਇਹ ਜਿਹੜਾ ਰੱਖੜੀ ਦਾ ਤਿਉਹਾਰ ਹੈ ਜੀ, ਇਹਦੇ ਬਾਰੇ ਵਿਚਾਰ ਕਰਨੀ ਬੇਹੱਦ ਜ਼ਰੂਰੀ ਹੈ ਕਿ ਸਾਡੇ ਸਰੋਕਾਰਾਂ ਦੇ ਨਾਲ ਕਿਤਨਾ ਇਹ ਸੰਬੰਧ ਰੱਖਦੇ ਨੇ ਜੀ। ਤੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਜਿਹੜਾ ਰੱਖੜੀ ਤਿਉਹਾਰ ਹੈ ਇਹਦਾ ਸਿੱਖ ਸਰੋਕਾਰਾਂ ਨਾਲ ਕੋਈ ਸੰਬੰਧ ਨਹੀਂ। ਸਿੱਖਾਂ ਵਿੱਚ ਰੱਖੜੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਹਨਾਂ ਦੀ ਕਿਤਾਬ ਹੈ ਸਿੱਖ ਕਲਚਰ, ਦ ਸਿੱਖ ਕਲਚਰ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਕਿਸੇ ਸਿੱਖ ਗੁਰੂ ਨੇ ਭੈਣ ਤੋਂ ਰੱਖੜੀ ਨਹੀਂ ਬਣਵਾਈ। ਸਰਦਾਰ ਗੁਰਜੀਤ ਸਿੰਘ ਜੀ, ਆਪ ਜੀ ਨੂੰ ਚਰਚਾ ਵਿੱਚ ਸ਼ਾਮਲ ਹੁੰਦਾ ਹੋਇਆ ਮੈਂ ਇਹ ਪੁੱਛਣਾ ਚਾਹਾਂਗਾ, ਜਦੋਂ ਅਸੀਂ ਰੱਖੜੀ ਦੇ ਬਾਰੇ ਗੱਲ ਕਰਦੇ ਹਾਂ ਤਾਂ ਸਾਨੂੰ ਅਕਸਰ ਇਹ ਸਵਾਲ ਕੀਤਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਤੇ ਵੀ ਰੱਖੜੀ ਬਣਵਾਈ ਹੈ ਤੇ ਉਹਦੇ ਲਈ ਉਹ ਉਦਾਹਰਨ ਇੱਕ ਫੋਟੋ ਦੀ ਦਿੰਦੇ ਨੇ, ਜੋ ਫੋਟੋ ਅੱਜ ਵੀ ਤੁਸੀਂ ਦੇਖੋਗੇ WhatsApp ਤੇ ਵੱਖ-ਵੱਖ ਵੀਰਾਂ ਵੱਲੋਂ ਸਟੇਟਸ ਵੀ ਲਾਈ ਗਈ ਹੈ, ਭੈਣਾਂ ਵੱਲੋਂ। ਵੀਰ ਭੈਣ ਜਿਹੜੇ ਸਾਡੇ ਨੇ ਸਿੱਖ ਵੀਰ ਭੈਣ, ਜਾਂ ਉਹਨਾਂ ਦੀ ਸ਼ਰਧਾ ਤਾਂ ਗੁਰੂ ਨਾਨਕ 'ਚ ਹੈ, ਪਰ ਉੱਥੇ ਬੇਬੇ ਨਾਨਕੀ ਜੀ ਨੂੰ ਰੱਖੜੀ ਬੰਨ੍ਹਦੇ ਹੋਏ ਗੁਰੂ ਨਾਨਕ ਸਾਹਿਬ ਜੀ ਨੂੰ ਦਿਖਾਇਆ ਗਿਆ ਹੈ। ਤੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਤਾਂ ਇੱਥੋਂ ਤੱਕ ਲਿਖਦੇ ਨੇ ਕਿ ਹੱਥ 'ਚ ਕੜਾ ਪਾ ਕੇ ਨਾਲ ਹੀ ਰੱਖੜੀ ਬੰਨਣਾ ਕੜੇ ਦੀ ਵੀ ਤੌਹੀਨ ਕਰਨਾ ਹੈ। ਤੇ ਉਹ ਤੇ ਕਹਿੰਦੇ ਨੇ ਇਹ ਤੇ ਨਕਲੀ ਸਿੱਖ ਹੈ, ਜਾਲੀ ਹੈ, ਦੰਭੀ ਹੈ, ਪਖੰਡੀ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂਜੀ, ਜਿਹੜਾ ਅੱਜ ਦਾ ਵਿਸ਼ਾ ਨਾ ਰੱਖੜੀ, ਸਵੇਰ ਤੋਂ ਕੀ 2-3 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬੜੀਆਂ ਵਿਚਾਰਾਂ ਸਿੱਖ ਧਰਮ ਦੀਆਂ ਵੀ ਚੱਲ ਰਹੀਆਂ ਨੇ, ਤੇ ਜਿਹੜੇ ਉਤਸ਼ਾਹਿਤ ਹੋ ਕੇ ਮਨਾਉਣ ਵਾਲੇ ਨੇ ਉਹ ਵੀ ਆਪਣੀਆਂ ਵਿਚਾਰਾਂ ਜਾਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਨੇ। ਪਰ ਸਿੱਖ ਧਰਮ ਦੇ ਜ਼ਿਆਦਾਤਰ ਪ੍ਰਚਾਰਕ ਇਹੋ ਪ੍ਰਚਾਰ ਕਰ ਰਹੇ ਨੇ ਵੀ ਨਹੀਂ, ਵੀ ਇਹ ਤਿਉਹਾਰ ਸਿੱਖ ਧਰਮ ਦਾ ਨਹੀਂ। ਪਰ ਜਿਵੇਂ ਅਮਰਿੰਦਰ ਸਿੰਘ ਜੀ ਨੇ ਪਹਿਲੀ ਤੁਕ ਵਰਤੀ ਕਿ ਜਾਲੋ ਐਸੀ ਪ੍ਰੀਤ ਜਿਤ ਮੈਂ ਪਿਆਰਾ ਵਿਸਰੈ। ਹਾਂਜੀ ਜੀ ਭਾਈ ਸਾਹਿਬ ਜੀ, ਰੀਤ ਜਾਲੋ ਐਸੀ ਰੀਤ। ਜੀ 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 ਬਿਲਕੁਲ ਜੀ, ਬਿਲਕੁਲ। ਹਾਂਜੀ ਜੀ ਜੀ ਵੀ ਉਹ ਰੀਤ, ਉਹ ਚੀਜ਼ ਹੀ ਕਹਿੰਦੇ ਸਾੜ ਦਿਓ ਜਾਂ ਤਿਆਗ ਦਿਓ ਜਿਹਦੇ ਨਾਲ ਪ੍ਰਮਾਤਮਾ ਹੀ ਵਿਸਰ ਜੇ, ਹਨਾ ਜੀ। ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪੱਤਰ ਹੈ। ਹੁਣ ਜਿੰਨੇ ਵੀ ਤਿਉਹਾਰ ਨੇ ਨਾ, ਸਮਾਜਿਕ ਤਿਉਹਾਰਾਂ ਨੂੰ ਧਾਰਮਿਕ ਰੂਪ ਭਾਵੇਂ ਕਹਿ ਲਓ ਰਾਜਨੀਤਿਕ ਤੌਰ ਤੇ ਦਿੱਤਾ ਜਾਂਦਾ ਜਾਂ ਜਿਵੇਂ ਵੀ, ਪਰ ਮੈਂ ਇਸ ਗੱਲ ਨੂੰ ਮੰਨਦਾ ਵੀ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਨਾ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਰੱਖੜੀ ਦੀ ਫੋਟੋ ਅਸੀਂ ਵੀ ਅੱਜ ਸਵੇਰੇ ਗਏ ਪਿੰਡ ਚ, ਤੇ ਕਈ ਸਾਨੂੰ ਵੀ ਸਵਾਲ ਕਰਦੇ ਬਾਬਾ ਜੀ ਗੁਰੂ ਨਾਨਕ ਪਾਤਸ਼ਾਹ ਨੇ ਬਣਾਈ। ਪਰ ਸਾਡੇ ਗੁਰੂਆਂ ਦਾ ਇੱਕ ਨਜ਼ਰੀਆ ਸੀ, ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਹੋਲੀ ਦੇ ਤਿਉਹਾਰ ਨੂੰ ਨਾ ਆਪਣੇ ਤਰੀਕੇ ਨਾਲ ਬਦਲਦੇ ਨੇ। ਹੈ ਉਸ ਹਿੰਦੂ ਧਰਮ ਦਾ ਤਿਉਹਾਰ, ਉਹ ਕਹਿੰਦੇ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ, ਹਨਾ ਜੀ। ਵੀ ਮਤਲਬ ਕਿ ਆਜ ਹਮਾਰੇ ਬਨੇ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ। ਉਹ ਕਹਿੰਦੇ ਸਾਡਾ ਜਿਹੜਾ ਤਿਉਹਾਰ ਮਨਾਉਣ ਦਾ ਤਰੀਕਾ ਹੈ ਨਾ ਉਹ ਵੱਖਰਾ ਹੈ, ਭਾਵੇਂ ਤਿਉਹਾਰ ਉਹ ਹਿੰਦੂ ਵੀ ਮਨਾ ਰਹੇ ਨੇ। ਹੁਣ ਰੱਖੜੀ ਅਸੀਂ ਆਪਣੇ ਤੌਰ ਤੇ ਮਨਾਈਏ ਸਿੱਖ ਧਰਮ, ਤੇ ਸਿੱਖ ਧਰਮ ਵਿੱਚੋਂ ਰੱਖੜੀ ਏਦਾਂ ਨਹੀਂ ਮਨਾਈ ਜਾ ਸਕਦੀ ਜਿਵੇਂ ਗੁੱਟ ਤੇ ਧਾਗਾ ਬੰਨ ਕੇ। ਉਹ ਤੇ ਜਿਵੇਂ ਆਪਾਂ ਪੁਰਾਤਨ ਸੁਣਦੇ ਹਾਂ ਵੀ ਸਿੱਖਾਂ ਨੇ ਸਬੂਤ ਦਿੱਤਾ ਵੀ ਇੱਕ ਭੈਣ ਨਹੀਂ, ਜਿੰਨੀਆਂ ਵੀ ਇਸਤਰੀਆਂ ਨੇ ਲੋੜ ਪੈਣ ਤੇ ਉਹਨਾਂ ਜਦੋਂ ਅਬਦਾਲੀ ਨੇ ਜਾਂ ਕਈਆਂ ਨੇ ਹਮਲਾ ਕੀਤਾ, ਸਿੱਖਾਂ ਨੇ ਧੀਆਂ ਨੂੰ ਭੈਣਾਂ ਨੂੰ ਬਚਾਇਆ। ਤੇ ਉਸ ਵੇਲੇ ਭਰਾ ਨਹੀਂ ਸੀ ਕੋਲ, ਭਰਾ ਤੇ ਲੁਕ ਜਾਂਦੇ ਸੀ। ਤੇ ਇੱਕ ਹੁਣ ਦੀ ਘਟਨਾ ਇਸੇ ਸਮੇਂ ਦੀ ਕੁਝ ਸਾਲ ਪਹਿਲਾਂ ਦੀ ਮੈਂ ਸਾਧ ਸੰਗਤ ਨਾਲ ਤੁਹਾਡੇ ਵੀਰਾਂ ਨਾਲ ਸਾਂਝੇ ਕਰਾਂ ਵੀ ਜਦੋਂ ਦਿੱਲੀ ਦੇ ਵਿੱਚ ਇੱਕ ਕੇਸ, ਰੇਪ ਕੇਸ ਹੋਇਆ ਸੀ, ਤੇ ਸ਼ਾਇਦ ਦਾਮਨੀ ਜਦੋਂ ਮੋਮਬੱਤੀਆਂ ਲੈ ਕੇ ਲੋਕਾਂ ਨੇ ਉੱਥੇ ਰੋਸ ਪ੍ਰਗਟਾਵਾ ਕੀਤਾ, ਤੇ ਉੱਥੇ ਸਰਕਾਰ ਨੇ ਇੱਕ ਗੱਲ ਕਹੀ ਸੀ, ਸਰਕਾਰ ਨੇ ਕਿ ਕਈਆਂ ਨੇ ਗੱਲ ਰੱਖੀ ਸੀ ਵੀ ਆਹ ਘਟਨਾਵਾਂ ਤਾਂ ਰੁਕ ਸਕਦੀਆਂ ਨੇ ਵੀ ਜਦੋਂ ਕੋਈ ਵੀ ਧੀ ਜਾਂ ਭੈਣ ਜਿਹੜੀ ਘਰੋਂ ਬਾਹਰ ਜਾਂਦੀ ਹੈ ਨਾ, ਉਹ ਆਪਣੇ ਨਾਲ ਇੱਕ ਤੇਜ਼ ਹਥਿਆਰ ਜਾਂ ਕੋਈ ਆਪਣੇ ਬਚਾਅ ਵਾਸਤੇ ਕੋਈ ਹਥਿਆਰ ਚੀਜ਼ ਰੱਖੇ। ਤੇ ਉਸ ਵੇਲੇ ਨਾ ਬੜੀ ਮਸ਼ਹੂਰੀ ਵੀ ਆਈ ਸੀ ਵੀ ਇੱਕ ਕਰੰਟ ਲਾਉਣ ਵਾਲਾ ਸਿਸਟਮ ਧੀਆਂ ਭੈਣਾਂ ਵਾਸਤੇ ਬਣਾਇਆ ਗਿਆ ਵੀ ਤੁਸੀਂ ਇਹਨੂੰ ਲਾ ਕੇ ਬਚ ਸਕਦੇ ਹੋ। ਪਰ ਮੈਂ ਸਦਕੇ ਜਾਵਾਂ ਧੰਨ ਗੁਰੂ ਕਲਗੀਧਰ ਪਿਤਾ ਕਈ ਸਾਲ ਪਹਿਲਾਂ ਉਹ ਸਾਨੂੰ ਇਹ ਸੋਚ ਦੇ ਗਏ। ਉਦੋਂ ਸਾਡੇ ਇਹਨਾਂ ਲੋਕਾਂ ਨੇ ਵੀ ਆਹ ਗੱਲ ਨਹੀਂ ਕਹੀ ਵੀ ਜਿਹੜੀਆਂ ਧੀਆਂ ਭੈਣਾਂ ਦਾ ਇੰਨਾ ਇਸ ਤਰ੍ਹਾਂ ਮਾੜਾ ਹੁੰਦਾ ਵੀ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਜਾਣ, ਵੀ ਜਦੋਂ ਘਰੋਂ ਬਾਹਰ ਨਿਕਲਣ ਤੇ ਜਿਹੜੇ ਭਰਾ ਦੇ ਗੁੱਟ ਤੇ ਰੱਖੜੀ ਬੰਨ੍ਹਦੀਆਂ ਨੇ ਉਹ ਭਰਾ ਨੂੰ ਨਾਲ ਲੈ ਕੇ ਜਾਇਆ ਕਰ। ਨਹੀਂ, ਉਹਨਾਂ ਨੇ ਕਿਹਾ ਵੀ ਆਪਣੇ ਆਪ ਕੋਈ ਹਥਿਆਰ ਜਾਂ ਕੋਈ ਇਹੋ ਜਿਹੀ ਚੀਜ਼ ਕੋਲ ਰੱਖਣਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਰ ਇੱਕ ਧੀ ਨੂੰ, ਆਪਣੇ ਹਰ ਇੱਕ ਪੁੱਤਰ ਨੂੰ ਸ਼ਸਤਰਧਾਰੀ ਬਣਾਇਆ। ਗੁਰੂ ਨਾਨਕ ਦਾ ਭੈਣ ਨਾਨਕੀ ਕੋਲੋਂ ਰੱਖੜੀ ਬਣਾਉਣ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ, ਕਿਉਂਕਿ ਜੇ ਇੱਥੇ ਭੈਣ ਦੀ ਭਰਾ ਰੱਖਿਆ ਕਰਦਾ ਹੈ ਤੇ ਉੱਥੇ ਮੇਰੇ ਸਤਿਗੁਰੂ ਜੀ ਕਹਿੰਦੇ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰਸ ਅਗਨੀ ਉਗਰ ਮਾਹੇ। ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧੂ ਤੂੰ ਮੇਰਾ ਭਰਾਤਾ। ਹਾਂਜੀ ਹਾਂਜੀ ਵੀਰ ਜੀ, ਰੱਬ ਦੀ ਜੇ ਰੱਖਿਆ ਦੀ ਗੱਲ ਕਰੀਏ ਤੇ ਉੱਥੇ ਕਿਹੜਾ ਭਰਾ, ਉੱਥੇ ਕਿਹੜੀ ਭੈਣ ਰੱਖਿਆ ਕਰਦੀ ਹੈ। ਜੀ ਜੀ, ਉਹ ਰੀਤਾਂ ਨੂੰ ਅਪਣਾਓ। ਸਿੱਖ ਧਰਮ, ਹਾਂ ਤੁਸੀਂ ਆਪਣੇ ਭਰਾ ਤੇ ਭੈਣ ਦੇ ਪਿਆਰ ਨੂੰ ਇੱਕ ਪ੍ਰਗਟਾਵਾ ਦੇ ਸਕਦੇ ਹੋ, ਪਰ ਇੱਥੇ ਜਿਹੜਾ ਰੱਖੜੀ ਦਾ ਤਿਉਹਾਰ ਹੈ ਨਾ, ਇਹ ਵੀਰ ਜੀ ਜਿੰਨੇ ਭੈਣ ਭਰਾ ਨੇ ਨਾ, ਅਸੀਂ ਬਚਪਨ ਤੋਂ ਵੇਖਦੇ ਆਏ ਆ। ਮੈਂ ਇੱਕ ਗਰੀਬ ਘਰ ਦਾ ਬੱਚਾ, ਪਿਤਾ ਜੀ ਨਹੀਂ ਸੀ, ਭੈਣਾਂ ਵੀ ਜਾਂ ਜਿਹੜੇ ਰਿਸ਼ਤੇਦਾਰ ਨੇ ਨਾ ਉਹ ਵੀ ਵਿਤਕਰਾ ਕਰਦੇ ਨੇ। ਆ ਰੱਖੜੀ ਦਾ ਤਿਉਹਾਰ ਇੱਕ ਇਹੋ ਜਿਹਾ ਹੈ। ਇਹ ਜਿਹੜਾ ਇਹ ਤਾਂ ਹੈ ਜੀ, ਇਹ ਤਾਂ ਸਾਡੀ ਵਿਡੰਬਨਾ ਆ ਜਾਂ ਕਹਿ ਲਓ ਸਮਾਜ ਦਾ ਸਰੋਕਾਰ ਹੈ। ਜਾਂ ਆਪਾਂ ਕਹੀਏ ਕਿ ਇਹਦਾ ਗੁਰਮਤ ਨਾਲ ਸੰਬੰਧ ਕੋਈ ਨਹੀਂ, ਚਲੋ ਸਮਾਜਿਕ ਤਿਉਹਾਰ ਹੈ, ਲੋਕ ਮਨਾਉਂਦੇ ਨੇ, ਨਾਲ ਸਿੱਖਾਂ ਨੇ ਵੀ ਮਨਾ ਲਿਆ, ਸਿੱਖ ਬੀਬੀਆਂ ਨੇ ਵੀ ਮਨਾ ਲਿਆ, ਭਰਾਵਾਂ ਨੇ ਮਨਾ ਲਿਆ। ਉਹਦੇ ਵਿੱਚ ਵੀਰ ਜੀ ਉਹਨਾਂ ਉਹਦੇ ਵਿੱਚ ਦਿੱਕਤ ਨਹੀਂ ਹੈ। ਦਿੱਕਤ ਕਿੱਥੇ ਆਉਂਦੀ ਹੈ, ਜਦੋਂ ਲੋਕ ਰੱਖੜੀਆਂ ਲੈ ਕੇ ਗੁਰਦੁਆਰਾ ਸਾਹਿਬ ਪਹੁੰਚਦੇ ਨੇ, ਨਿਸ਼ਾਨ ਸਾਹਿਬ ਨੂੰ ਬੰਨ੍ਹਦੇ ਨੇ, ਗੁਰਦੁਆਰਾ ਸਾਹਿਬ ਪਾਲਕੀ ਸਾਹਿਬ ਦੇ ਜਾਂ ਪੀੜਾ ਸਾਹਿਬ ਦੇ ਆ ਕੇ ਪਾਵਿਆਂ ਨੂੰ ਰੱਖੜੀ ਬੰਨੀ ਜਾਂਦੀ ਹੈ,
ਤੇ ਹਾਂਜੀ ਵੀਰ ਜੀ। ਉਹ ਜਿਹੜਾ ਸਰੋਕਾਰ ਬਣ ਜਾਂਦਾ ਹੈ, ਜਿਹੜਾ ਉਹ ਇੱਕ ਪ੍ਰਥਾ ਬਣ ਗਈ ਹੈ, ਉਹ ਪ੍ਰਥਾ ਸਿੱਖ ਧਰਮ ਵਿੱਚ ਕਿਸੇ ਤਰੀਕੇ ਹਜਮ ਨਹੀਂ ਹੋ ਸਕਦੀ। ਵਿਚਾਰ ਉਹਦੇ ਤੇ ਹੈ, ਲੋਕ ਆਪਦੇ ਘਰ ਵਿੱਚ ਕੀ ਕਰਦੇ ਨੇ, ਆਪਣੇ ਸਮਾਜ ਵਿੱਚ ਕੀ ਕਰਦੇ ਨੇ। ਵੈਸੇ ਤੇ ਜਿਹੜਾ ਸਿੱਖ ਧਰਮ ਹੈ ਇਹ ਸਿੱਖਿਆ ਦਿੰਦਾ ਹੈ ਕਿ ਉਹੀ ਆਪਾਂ ਉਸੇ ਪਾਸੇ ਆ ਰਹੇ ਨਾ ਵੀ ਧੰਨ ਗੁਰੂ ਕਲਗੀਧਰ ਪਿਤਾ ਦਾ ਗੁਰੂ ਨਾਨਕ ਪਾਤਸ਼ਾਹ ਦਾ ਇਸ ਗੱਲ ਵੱਲ ਪ੍ਰੇਰਿਤ ਹੀ ਨਹੀਂ ਕਰਦੇ ਹੈਗੇ ਵੀ ਤੁਸੀਂ ਮਤਲਬ ਸਿੱਖ ਧਰਮ ਦਾ ਤਾਂ ਤੁਹਾਡੀ ਰੱਖਿਆ ਕਰ ਸਕਦੇ ਵੀਰ ਜੀ ਇੱਕ ਵੈਸੇ ਤੇ ਇਹ ਆ ਨਾ ਵੀ ਸਿੱਖ ਧਰਮ ਇਹੀ ਸਿਖਾਉਂਦਾ ਹੈ ਕਿ ਜੇ ਤੁਸੀਂ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਵੀ ਨਾਮ ਵੀ ਜਪੋ, ਰੱਬ ਦੇ ਨਾਲ ਵੀ ਜੁੜੋ, ਤੇ ਨਾਲ ਦੇ ਨਾਲ ਤੁਸੀਂ ਪਰਮੇਸ਼ਰ ਨਾਲ ਜੁੜੇ ਹੋਏ ਸਮਾਜ ਭਲਾਈ ਦੇ ਕਲਿਆਣ ਦੇ, ਸਮਾਜ ਕਲਿਆਣ ਦੇ ਕੰਮ ਵੀ ਕਰੋ। ਭਾਵੇਂ ਕਿ ਰੱਖੜੀ ਦਾ ਸਮਾਜ ਦੇ ਨਾਲ ਸਰੋਕਾਰ ਹੈ, ਪਰ ਸਿੱਖ ਨੇ ਸਮਾਜ ਤੋਂ ਬਾਹਰ ਨਹੀਂ ਜਾਣਾ। ਫਿਰ ਵੀ ਇਹ ਜਿਹੜਾ ਕਰਮ ਕਾਂਡ ਹੈ ਬਿਲਕੁਲ ਜਿਹਦਾ ਕੋਈ ਅਹਿਮੀਅਤ ਹੀ ਨਹੀਂ ਹੈ ਕਿਤੇ ਵੀ ਗੁਰਦੁਆਰੇ ਸਾਹਿਬ ਦੇ ਵਿੱਚ, ਉਹ ਇਹ ਕਿਉਂ ਪ੍ਰਚਲਿਤ ਹੋ ਗਿਆ, ਇਹ ਆਖਿਰਕਾਰ ਲੋਕਾਂ ਦੇ ਵਿੱਚ ਇੰਨੀ ਮਨਮਤ ਕਿਉਂ ਆ ਗਈ, ਜਿਹੜਾ ਕਿ ਸਪਸ਼ਟ ਰਹਿਤ ਮਰਿਆਦਾ ਚ ਵੀ ਲਿਖਿਆ ਕਿ ਅਨਮਤੀ ਤਿਉਹਾਰਾਂ ਨੂੰ ਸਿੱਖ ਨੇ ਨਹੀਂ ਮਨਾਉਣਾ। ਇਹ ਤੁਸੀਂ ਇਹਦਾ ਕਾਰਨ ਕੀ ਮੰਨਦੇ ਹੋ? ਇਹਦਾ ਕਾਰਨ ਵੀਰ ਜੀ ਇਹੀ ਹੈ ਵੀ ਜਿਵੇਂ ਆਪਾਂ ਕਹਿ ਲਓ ਵੀ ਹੁਣ ਅਸੀਂ ਗ੍ਰੰਥੀ ਸਿੰਘ ਆ, ਆਪਾਂ ਜਿੰਨੇ ਵੀ ਆ ਵਿਚਾਰ ਕਰਨ ਵਾਲੇ ਵੀ ਜਾਂ ਪ੍ਰਚਾਰਕ ਸਿੰਘ ਇਹਨੂੰ ਰੋਕ ਤੇ ਸਕਦੇ। ਹੁਣ ਤੇ ਉੱਚੇ ਲੈਵਲ ਤੇ ਪ੍ਰਚਾਰਕ ਸਿੰਘ ਨੇ ਆਪਣੇ ਆਡੀਓ ਵੀਡੀਓ ਸੋਸ਼ਲ ਮੀਡੀਆ ਤੇ ਪਾ ਰਹੇ ਨੇ, ਪਰ ਸਾਡੇ ਵਰਗਾ ਗ੍ਰੰਥੀ ਜਦੋਂ ਪ੍ਰਚਾਰ ਕਰਦਾ ਉਹਦੇ ਪਿੱਛੇ ਕੋਈ ਸਪੋਰਟ ਨਹੀਂ। ਅਸੀਂ ਕਹਿ ਸਕਦੇ ਅਸੀਂ ਲੋਹੜੀ ਦਾ ਤਿਉਹਾਰ ਜਾਂ ਰੱਖੜੀ ਦੇ ਤਿਉਹਾਰ ਇਹੋ ਜਿਹੇ ਮਨਮਤ ਵਾਲੇ ਗੁਰੂ ਘਰਾਂ ਵਿੱਚ ਮਨਾਏ ਜਾਂਦੇ ਨੇ ਜੀ। ਵੀਰ ਜੀ ਮੈਂ ਆਪਣੀ ਗੱਲ ਦੱਸ ਰਿਹਾ, ਮੇਰੇ ਕਾਰਨ ਇਹੋ ਵੀ ਅਸੀਂ ਰੋਕ ਨਹੀਂ ਰਹੇ, ਰੋਕੇ ਨਹੀਂ ਜਾ ਸਕਦੇ। ਸਾਡੇ ਕੋਲ ਅਸੀਂ ਉਹਨਾਂ ਨੂੰ ਕੀ ਕਹਿੰਦੇ ਆ, ਉਹ ਕਹਿੰਦੇ ਬਾਬਾ ਜੀ ਤੁਹਾਨੂੰ ਪਤਾ ਹੀ ਨਹੀਂ, ਇਹ ਤੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਕਹਿੰਦਾ ਤੁਹਾਨੂੰ ਕੀ ਪਤਾ ਜੀ, ਪਹਿਲੇ ਬਾਬਾ ਜੀ ਤੇ ਕੁਛ ਨਹੀਂ ਸੀ ਕਹਿੰਦੇ, ਹਨਾ ਜੀ। ਕਾਰਨ ਤੇ ਇਹੋ ਹੀ ਹੈ ਮੇਨ ਤੇ। ਬਾਕੀ ਲੋਕ ਆਖਿਰਕਾਰ ਜਦੋਂ ਗੁਰੂ ਸਾਹਿਬਾਨ ਤੋਂ ਇਹ ਕੰਮ ਸ਼ੁਰੂ ਹੋਇਆ ਹੈ, ਇਹ ਅਨਮਤੀ ਤਿਉਹਾਰ ਜੇ ਗੁਰੂ ਸਾਹਿਬਾਨ ਵੇਲੇ ਨਹੀਂ ਸੀ ਮਨਾਏ ਜਾਂਦੇ ਤਾਂ ਇਹ ਕੀ ਕਾਰਨ ਬਣਿਆ ਕਿ ਸਾਡੇ ਵਿੱਚ, ਅਮਰਿੰਦਰ ਸਿੰਘ ਜੀ ਕੀ ਕਾਰਨ ਤੁਸੀਂ ਮੰਨਦੇ ਹੋ ਕਿ ਸਾਡੇ ਵਿੱਚ ਇਹ ਅਨਮਤੀ ਤਿਉਹਾਰ ਜਿਹੜੇ ਆ ਇਹ ਵੜ ਗਏ? ਇਹਦਾ ਜੀ ਸਭ ਤੋਂ ਵੱਡਾ ਕਾਰਨ ਜਦੋਂ ਸਾਡਾ ਗੁਰੂ ਦੇ ਸਿਧਾਂਤ ਤੋਂ ਦੂਰ ਚਲੇ ਜਾਣਾ। ਨਹੀਂ ਉਹ ਇਹ ਹੈ ਨਾ ਵੀ ਗੁਰੂ ਦੇ ਸਿਧਾਂਤ ਤੋਂ ਆਖਿਰਕਾਰ ਦੂਰ ਕਿਉਂ ਚਲੇ ਗਏ ਅਸੀਂ? ਬਿਲਕੁਲ ਜੀ, ਸਾਡਾ ਜਿਹੜਾ ਸਮਾਜ ਹੈ ਜੀ, ਉਹਨਾਂ ਨੇ ਮਤਲਬ ਕਿ ਗੁਰੂ ਦੀ ਗੱਲ ਨੂੰ, ਗੁਰੂ ਨੂੰ ਜ਼ਰੂਰ ਮੰਨਿਆ ਪਰ ਗੁਰੂ ਦੀ ਗੱਲ ਨੂੰ ਨਹੀਂ ਮੰਨਿਆ। ਅੱਜ ਆਪਾਂ ਗੁਰੂ ਘਰਾਂ ਦੇ ਅੰਦਰ ਵੇਖਦੇ ਕਿ ਇੱਕ ਪਾਸੇ ਗ੍ਰੰਥੀ ਸਿੰਘ ਹੁਕਮਨਾਮਾ ਲੈਂਦਾ ਹੈ ਪਰ ਸੰਗਤ ਕਹਿੰਦੀ ਹੈ ਪ੍ਰਸ਼ਾਦ ਦਿਓ ਤੇ ਅਸੀਂ ਜਾਣਾ ਹੈ। ਭਾਵ ਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ, ਇਸ ਗੱਲ ਦੀ ਨੌਲੇਜ ਹੀ ਨਹੀਂ। ਗੁਰੂ ਪਾਤਸ਼ਾਹ ਕੋਈ ਸਾਨੂੰ ਬਚਨ ਕਰ ਰਹੇ ਨੇ ਜਾਂ ਸਾਨੂੰ ਉਪਦੇਸ਼ ਕਰ ਰਹੇ ਨੇ, ਅਸੀਂ ਉਸ ਗੱਲ ਨੂੰ ਸੁਣਨਾ ਹੈ, ਉਸ ਨੂੰ ਆਪਣੇ ਪੱਲੇ ਬੰਨਣਾ ਤੇ ਜੀਵਨ ਦੇ ਅੰਦਰ ਢਾਲਣਾ ਹੈ। ਇਹਦਾ ਜਿਸ ਵੇਲੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਮਹੰਤ ਕਾਬਜ ਹੁੰਦੇ ਨੇ ਜੀ ਜੀ, ਉਹ ਉਸ ਵੇਲੇ ਤੋਂ ਲੈ ਕੇ ਕੋਈ ਮੰਨਿਆ ਜਾ ਸਕਦਾ ਜਾਂ ਉਸ ਤੋਂ ਵੀ ਪਹਿਲਾਂ ਇਹ ਕ੍ਰਿਤੀਆਂ ਜਾਂ ਕਹਿ ਲਓ ਇਹ ਬਾਹਰਲੀਆਂ ਚੀਜ਼ਾਂ ਦਾ ਪ੍ਰਭਾਵ ਸਾਡੇ ਧਰਮ ਤੇ ਪੈ ਚੁੱਕਿਆ ਸੀ? ਜੀ ਇਹ ਤਾਂ ਜਦੋਂ ਆਪਾਂ ਦੱਸਿਆ ਜੀ ਪੁਰਾਤਨ ਹਿੰਦੂ ਧਰਮ ਦਾ ਇਤਿਹਾਸ ਸੀ, ਉਹਦੇ ਵਿੱਚ ਆਉਂਦਾ ਸੀਨਾ ਬਸੀਨਾ ਸਾਡੇ ਸਮਾਜ ਦੇ ਅੰਦਰ। ਅਸੀਂ ਹਿੰਦੂ ਵੀ ਸਾਡੇ ਘਰਾਂ ਦੇ ਨਾਲ ਘਰ ਗਵਾਂਢੀ ਤੌਰ ਤੇ ਸਮਾਜਿਕ ਤੌਰ ਤੇ ਰਹਿੰਦੇ ਨੇ। ਕੋਈ ਗੱਲ ਨਹੀਂ ਜੀ, ਹਾਂ ਬਿਲਕੁਲ, ਵੇਖੋ ਵੇਖ। ਪਰ ਜਿੱਥੇ ਅਸੀਂ ਗੁਰੂ ਦੇ, ਚਲੋ ਠੀਕ ਹੈ, ਇੱਕ ਹੈ ਸਿੱਖ ਤੇ ਇੱਕ ਹੈ ਸਿੰਘ, ਪਰ ਸਿੱਖ ਕਰੇ ਤਾਂ ਸਿੱਖ ਨੂੰ ਵੀ ਵੈਸੇ ਤਾਂ ਮਨਾਹੀ ਹੈ। ਨਹੀਂ ਵੀਰ ਜੀ ਇੱਕ ਗੱਲ ਸੁਣੋ, ਜਦੋਂ ਸਾਡੇ ਗੁਰਦੁਆਰਾ ਸਾਹਿਬ ਕੋਈ ਹਿੰਦੂ ਵੀਰ ਗੁਰਪੁਰਬ ਮਨਾਉਣ ਆਉਂਦਾ ਹੈ ਜੀ ਜੀ ਜੀ, ਹਨਾ, ਜਾਂ ਕੋਈ ਮੁਸਲਮਾਨ ਵੀਰ ਆਉਂਦਾ ਹੈ ਗੁਰਪੁਰਬ ਤੇ ਸਾਨੂੰ ਜਾਂ ਕਿਸੇ ਨੂੰ ਹੋਰ ਜਾਂ ਉਹਨਾਂ ਨੂੰ ਮੁਸਲਮਾਨਾਂ ਨੂੰ ਜਾਂ ਹਿੰਦੂਆਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਹਨਾ। ਫਿਰ ਜਦੋਂ ਏਦਾਂ ਤਿਉਹਾਰ ਇਹ ਆਉਂਦੇ ਨੇ, ਅਸੀਂ ਉਹਨਾਂ ਦੇ ਨਾਲ ਸਾਂਝੇ ਰੂਪ 'ਚ ਸਾਂਝੇ ਯਤਨ ਦੇ ਵਿੱਚ ਜੇ ਤਿਉਹਾਰ ਮਨਾ ਵੀ ਲਿਆ ਤੇ ਉਹਦੇ ਵਿੱਚ ਸਮਾਜਿਕ ਤੌਰ ਤੇ ਕੋਈ, ਕਿਉਂਕਿ ਉਹ ਮਨਾਇਆ ਜਾ ਰਿਹਾ ਹੈ, ਈਦ ਮਨਾਈ ਜਾ ਰਹੀ ਹੈ। ਹੁਣ ਸਿੱਖ ਜਾਂ ਕੋਈ ਵੀ ਹਿੰਦੂ ਰਲ ਕੇ ਮੁਸਲਮਾਨ ਵੀਰ ਦੇ ਨਾਲ ਈਦ ਮਨਾ ਸਕਦਾ ਹੈ, ਅਸੀਂ ਹਿੰਦੂ ਤਿਉਹਾਰ ਉਹਨਾਂ ਦੇ ਨਾਲ ਰਲ ਕੇ ਖੁਸ਼ੀ ਸਾਂਝੀ ਕਰ ਸਕਦੇ ਹਾਂ ਸਮਾਜਿਕ ਪੱਧਰ ਤੇ। ਪਰੰਤੂ ਜਦੋਂ ਇਹ ਗੁਰਦੁਆਰੇ ਦੇ ਵਿੱਚ ਚੀਜ਼ ਵੜਦੀ ਹੈ ਜਿੱਥੇ ਸਾਡਾ ਧਰਮ ਸਥਾਨ ਹੈ, ਹੁਣ ਕੋਈ ਵੀ ਜਿਹੜਾ ਚਾਹੇ ਉਹ ਮੰਦਿਰ ਹੋਵੇ ਜਾਂ ਜਿੱਥੇ ਕਿਤੇ ਵੀ ਮਨਾਹੀ ਹੈ ਕਿਸੇ ਚੀਜ਼ ਦੀ, ਜਦੋਂ ਉਹ ਚੀਜ਼ ਤੁਸੀਂ ਉੱਥੇ ਲੈ ਕੇ ਜਾਓਗੇ ਤੇ ਰੌਲਾ ਤਾਂ ਪੈਣਾ ਸੁਭਾਵਿਕ ਹੈ। ਪਰੰਤੂ ਅਸੀਂ ਆਪ ਆਪਣੇ ਧਰਮ ਸਥਾਨ ਤੇ ਗੁਰਮਤਿ ਵਿਰੁੱਧ ਜਿਹੜੇ ਕੰਮ ਆ ਉਹ ਕਰਦੇ ਹਾਂ। ਇਹਦੀ ਜੜ ਤੁਹਾਨੂੰ ਕਿੱਥੇ ਲੱਗਦੀ ਹੈ? ਇਹਦੀ ਜੜ ਦਾ ਕਾਰਨ ਇਹ ਹੈ ਜੀ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਸਾਡਾ ਗੁਰਮਤਿ ਤੋਂ ਜਾਣੂ ਨਾ ਹੋਣਾ।
ਜੀ ਗੁਰੂ ਸਾਹਿਬ ਦੇ ਸਿਧਾਂਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਵਰਜਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਿਵੇਂ ਭਾਈ ਗੁਰਜੀਤ ਸਿੰਘ ਨੇ ਗੱਲ ਕੀਤੀ ਕਿ ਜਦੋਂ ਦਿੱਲੀ ਦੇ ਵਿੱਚ ਰੇਪ ਦੀ ਘਟਨਾ ਹੋਈ, ਉਦੋਂ ਸਰਕਾਰਾਂ ਨੇ ਜਾਂ ਹੋਰ ਬੁੱਧੀਜੀਵਾਂ ਨੇ ਇਹ ਗੱਲ ਆਖੀ ਕਿ ਧੀਆਂ ਭੈਣਾਂ ਆਪਣੇ ਨਾਲ ਹਥਿਆਰ ਰੱਖਣ। ਤੇ ਸਾਡੇ ਧਰਮ ਦੇ ਅੰਦਰ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਆਪਣੇ ਨਾਲ ਸ੍ਰੀ ਸਾਹਿਬ ਰੱਖੋ, ਆਪਣੀ ਸਵੈ ਰੱਖਿਆ ਆਪਣੇ ਹੱਥ ਆਪ ਰੱਖੋ। ਜਦੋਂ ਧੀਆਂ ਭੈਣਾਂ ਸਾਡੀਆਂ ਗੁਰੂ ਦੇ ਹੁਕਮ ਮੁਤਾਬਕ ਜੀਵਨ ਨੂੰ ਬਤੀਤ ਕਰਨਗੀਆਂ, ਮੈਂ ਸਮਝਦਾ ਕਿ ਨਾ ਉੱਥੇ ਰੇਪ ਦੀ ਘਟਨਾ ਹੋਵੇਗੀ, ਨਾ ਹੀ ਉਸ ਧੀ ਭੈਣ ਨੂੰ ਕਿਸੇ ਵੱਲ ਵੇਖਣ ਦੀ ਲੋੜ ਪਵੇਗੀ ਕਿ ਮੇਰੀ ਸਹਾਇਤਾ ਕਰਨ ਵਾਸਤੇ ਕੋਈ ਸਿੰਘ ਆਵੇਗਾ ਜਾਂ ਕੋਈ ਬੰਦਾ ਆਵੇਗਾ। ਉੱਥੇ ਉਹ ਧੀ ਭੈਣ ਸ੍ਰੀ ਸਾਹਿਬ ਕੱਢ ਕੇ ਆਪ ਮੁਕਾਬਲਾ ਕਰਨ ਦੇ ਸਮਰੱਥ ਹੋ ਜਾਵੇਗੀ ਅਤੇ ਨਾ ਹੀ ਕਿਸੇ ਦੀ ਹਿੰਮਤ ਪਵੇਗੀ ਕਿ ਕਿਸੇ ਧੀ ਭੈਣ ਦੇ। ਅੱਜ ਆਪਾਂ ਵੇਖ ਲਈਏ ਸੜਕ ਦੇ ਉੱਤੇ ਜੇ ਕਿਸੇ ਭੈਣ ਨੇ ਦੁਮਾਲਾ ਸਜਾਇਆ ਹੋਵੇ, ਉੱਤੋਂ ਦੀ ਸਿਰ ਸਾਹਿਬ ਪਾਈ ਹੋਵੇ, ਤਾਂ ਉਹ ਬੰਦਾ ਪਹਿਲਾਂ ਹੀ ਉਹਦੀ ਦਿੱਖ ਨੂੰ ਵੇਖ ਕੇ, ਉਹਦੇ ਸਰੂਪ ਨੂੰ ਵੇਖ ਕੇ, ਉਹਦੀ ਆਭਾ ਨੂੰ ਵੇਖ ਕੇ ਹੀ ਆਪਣੇ ਆਪ ਪਿੱਛੇ ਹਟ ਜਾਏਗਾ, ਕਿਉਂਕਿ ਉਹਨੂੰ ਪਤਾ ਹੈ ਕਿ ਇਹ ਰੱਬ ਦੇ ਨਾਲ, ਭਗਵਾਨ ਅੱਲਾ ਦੇ ਨਾਲ ਜੁੜੀ ਹੋਈ ਹੈ, ਵਾਹਿਗੁਰੂ ਦੇ ਨਾਲ ਜੁੜੀ ਹੋਈ ਔਰਤ ਹੈ। ਅਤੇ ਮੈਂ ਇਸ ਵੱਲ ਇਸ ਭਾਵ ਕਿ ਉਹਦੇ ਅੰਦਰ ਇਹ ਭਾਵਨਾ ਹੀ ਖਤਮ ਹੋ ਜਾਵੇਗੀ ਕਿ ਮੈਂ ਇਸ ਵੱਲ ਇਸ ਅਸ਼ਲੀਲ ਨਿਗਾਹ ਨਾਲ ਵੇਖ ਲਵਾਂ। ਜੀ ਗੁਰਜੀਤ ਸਿੰਘ ਜੀ, ਗ੍ਰੰਥੀ ਸਿੰਘਾਂ ਦੀ ਕੀ ਘਾਟ ਹੈ ਕਿ ਅਨੁਮਤੀ ਤਿਉਹਾਰ ਸਾਡੇ 'ਚ ਵੜ ਗਏ, ਤੇ ਕੀ ਕਰ ਸਕਦਾ ਇੱਕ ਗ੍ਰੰਥੀ ਸਿੰਘ ਪਿੰਡ ਨੂੰ ਸੁਧਾਰਨ ਦੇ ਲਈ ਜਾਂ ਸਮਝਾਉਣ ਦੇ ਲਈ? ਵੀਰ ਜੀ, ਮੈਂ ਉਹੀ ਗੱਲ ਕਰ ਰਿਹਾ ਵੀ ਧਾਰਨ ਦੇ ਲਈ ਗ੍ਰੰਥੀ ਸਿੰਘ ਯਤਨਸ਼ੀਲ ਹੋ ਸਕਦਾ, ਪ੍ਰਚਾਰ ਕਰ ਸਕਦਾ ਜੀ, ਇਹ ਏਦਾਂ ਨਹੀਂ। ਪਰ ਆਪਾਂ ਸਭ ਨੂੰ ਪਤਾ ਵੀ ਉਸ ਤੋਂ ਬਾਅਦ ਗ੍ਰੰਥੀ ਸਿੰਘ ਦਾ ਸਿਸਟਮ ਸਾਰਾ ਹਿਲਾ ਦਿੱਤਾ ਜਾਂਦਾ ਤੇ ਗ੍ਰੰਥੀ ਸਿੰਘ ਨਾਲ ਉਹਦਾ ਪੂਰਾ ਪਰਿਵਾਰ ਜੁੜਿਆ ਹੁੰਦਾ ਹੈ। ਤੇ ਪਰਿਵਾਰ ਕੀ, ਚਲੋ ਹਰੇਕ ਦਾ ਪਰਿਵਾਰ ਉਹਦੀ ਡਿਊਟੀ ਨਾਲ, ਉਹਦੀ ਨੌਕਰੀ ਨਾਲ ਜੁੜਿਆ ਹੁੰਦਾ ਹੈ, ਪਰ ਇੱਕ ਬੰਦਾ ਨੌਕਰੀ ਛੱਡਦਾ ਤੇ ਬੱਚੇ ਉਸੇ ਥਾਂ ਤੇ ਪੜ੍ਹਦੇ ਰਹਿੰਦੇ ਨੇ ਜਿੱਥੇ ਪੜ੍ਹਦੇ। ਪਰ ਗ੍ਰੰਥੀ ਸਿੰਘ ਦਾ ਪੂਰਾ ਪਰਿਵਾਰ ਗੁਰੂ ਘਰ ਵਿੱਚ ਹੁੰਦਾ ਹੈ। ਉਹ ਇਸ ਕਰਕੇ ਖੁੱਲ ਕੇ ਅੰਦਰੋਂ ਜਾਂ ਕੁਝ ਘਰ ਦੇ ਮਜਬੂਰ ਕਰਦੇ ਨੇ, ਤੁਸੀਂ ਕਿਉਂ ਇਹ ਗੱਲ ਕਰਦੇ ਹੋ, ਹਨਾ ਜੀ। ਤੇ ਇਹਨਾਂ ਮੈਂ ਤੇ ਇਸ ਗੱਲ ਨੂੰ ਇਹੀ ਸਮਝਣਾ, ਮੈਂ ਤੁਹਾਨੂੰ ਦੱਸਣਾ ਵੀ ਮੈਂ ਜਿੱਥੇ ਪਹਿਲਾਂ ਡਿਊਟੀ ਕਰਦਾ ਸੀ ਉੱਥੇ ਲੋਹੜੀ ਦੇ ਤਿਉਹਾਰ ਤੇ ਪੂਰੇ ਨਗਰ ਚੋਂ ਗਰਾਹੀ ਇਕੱਠੀ ਕਰਕੇ ਗੁਰਦੁਆਰੇ ਦਿੱਤੀ ਜਾਂਦੀ ਸੀ। ਗੁਰਦੁਆਰੇ ਦੇ ਕੇ ਭਾਵੇਂ ਰੱਖੜੀ ਦਾ ਵਿਸ਼ਾ ਤਾਂ ਗੱਲ ਉਹੀ ਇੱਕੋ ਹੀ, ਉਹ ਇਕੱਠੇ ਕਰਕੇ ਪੈਸੇ ਕੁਝ ਮੁੰਡੇ ਖਾ ਪੀ ਲੈਂਦੇ ਸੀ, ਸ਼ਰਾਬ ਪੀ ਲੈਣੀ, ਮੀਟ ਖਾ ਲੈਣਾ, ਤੇ ਬਾਕੀ ਜੋ ਬਚਦਾ ਸੀ ਉਹ ਗੁਰਦੁਆਰੇ ਜਮ੍ਹਾਂ ਕਰ ਦਿੰਦੇ ਸੀ। ਮੈਂ ਉੱਥੇ ਪ੍ਰਚਾਰ ਇਹੋ ਕੀਤਾ। ਨਾਲ ਇੱਕ ਅਮਰੀਕਾ ਤੋਂ ਵੀਰ ਜੀ ਸੀ, ਉਹਨਾਂ ਨੇ ਵੀ ਮੇਰਾ ਸਾਥ ਦਿੱਤਾ, ਕਹਿੰਦੇ ਬਾਬਾ ਜੀ ਬਹੁਤ ਵਧੀਆ ਕੀਤਾ ਤੁਸੀਂ। ਮੈਂ ਕਿਹਾ ਜੀ ਇਹ ਜੋ ਪ੍ਰਥਾ ਭਾਵੇਂ ਪੁਰਾਤਨ ਜਿਵੇਂ ਮਰਜ਼ੀ ਚੱਲਦੀ ਸੀ, ਪਰ ਅਸੀਂ ਦਾਨ ਕਰਨਾ ਸੀ ਕਿ ਇਕੱਠੇ ਕਰਕੇ ਕਿਸੇ ਧੀ ਦਾ ਵਿਆਹ ਕਰ ਦੋ, ਪਰ ਉਹ ਤੇ ਪ੍ਰਬੰਧਕ ਸਾਡੇ ਨਾਲ ਗੁੱਸੇ ਹੋ ਜਾਂਦੇ ਨੇ, ਹਨਾ, ਜਾਂ ਜਿਨ੍ਹਾਂ ਦਾ ਸਿਸਟਮ ਚੱਲਦਾ ਹੈ। ਉੱਥੋਂ ਫਿਰ ਉਹ ਗਰਾਹੀ ਬੰਦ ਹੋ ਗਈ ਮੁੜ ਕੇ ਪਿੰਡ ਤੋਂ, ਤੇ ਗ੍ਰੰਥੀ ਸਿੰਘ ਨੂੰ ਜਿਹੜੇ ਮੇਨ ਬੰਦੇ ਤੋਂ ਫਿਰ ਮਾੜਾ ਕਿਹਨਾਂ ਲੱਗਦਾ ਤੁਹਾਨੂੰ ਪਤਾ ਹੈ ਜੀ, ਹਨਾ। ਮੇਨ ਗੱਲ ਤੇ ਇਹੋ ਹੀ ਹੈ ਜੀ, ਮੇਨ ਮੁੱਦਾ ਤੇ ਇਹੋ ਹੀ ਹੈ ਵੀ ਗ੍ਰੰਥੀ ਸਿੰਘ ਇਸ ਕਰਕੇ ਯਤਨਸ਼ੀਲ ਨਹੀਂ ਹੋ ਸਕਦੇ ਇਸ ਗੱਲ ਬਾਰੇ। ਪ੍ਰੋਫੈਸਰ ਸਾਹਿਬ ਜੀ, ਜਿਵੇਂ ਤੁਸੀਂ ਜੀ ਭਾਈ ਸਾਹਿਬ ਤੁਸੀਂ ਗੱਲ ਕਰ ਰਹੇ ਹੋ, ਖਤਮ ਕਰ ਲਓ ਆਪਣੀ, ਫਿਰ ਮੈਂ ਦੱਸਦਾ। ਹਾਂਜੀ, ਮਤਲਬ ਕਿ ਉਹੀ ਗੱਲ ਹੈ ਨਾ, ਹੁਣ ਜੇ ਅਸੀਂ ਪ੍ਰਚਾਰ ਕਰੀਏ ਇਸ ਗੱਲ ਦਾ ਵੀ ਨਹੀਂ ਇਹ ਸਾਡਾ ਤਿਉਹਾਰ ਨਹੀਂ, ਅਸੀਂ ਨਹੀਂ ਮਨਾਉਣਾ, ਤੇ ਕਈ ਸਾਡੇ ਤੋਂ ਮਤਲਬ ਕਿ ਵਿਰੁੱਧ ਹੋ ਜਾਂਦੇ ਨੇ। ਫਿਰ ਅਸੀਂ ਕਹਿੰਦੇ ਵੀ ਅਸੀਂ ਤਾਂ ਚਲੋ ਗੁਰੂ ਵੱਲੋਂ ਹੀ ਪੱਖ ਰਹੀਏ। ਜੇ ਅਸੀਂ ਗੁਰੂ ਵੱਲੋਂ ਪੂਰੇ ਪੱਖ ਰਹੀਏ ਤੇ ਸਾਡੇ ਕੋਈ ਪਿੱਛੇ ਜਿਵੇਂ ਸ਼੍ਰੋਮਣੀ ਕਮੇਟੀ ਜਾਂ ਜਿਵੇਂ ਵਾਰ-ਵਾਰ ਆਪਣੇ ਗਰੁੱਪ ਵਿੱਚ ਵੀ ਇਹੋ ਵਿਚਾਰ ਹੁੰਦੀ ਵੀ ਉਹ ਸਾਡੇ ਪਿੱਛੇ ਕੋਈ ਪਿੱਠ ਦੇ ਹੱਥ ਤੇ ਨਹੀਂ ਰੱਖਣ ਵਾਲਾ ਕੋਈ ਵੀ। ਇੱਕ ਹੋਰ ਗੱਲ ਹੈ ਵੀਰ ਜੀ, ਜਦੋਂ ਵੀ ਏਦਾਂ ਦੀ ਕੋਈ ਗੱਲ ਹੁੰਦੀ ਹੈ, ਕੋਈ ਵੀ ਅਨੁਮਤੀ ਤਿਉਹਾਰ ਹੁੰਦਾ ਹੈ, ਸਾਡੇ ਵਿੱਚ ਇੱਕ ਬੜੀ ਪ੍ਰਵਿਰਤੀ ਚੱਲ ਪਈ ਹੈ, ਫਟਾਫਟ ਉਹਦੇ ਵਿੱਚ ਇੱਕ ਐਸੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਜਿਹੜੀਆਂ ਸ਼ਾਇਦ ਕੋਈ ਹਿੰਦੂ ਵੀਰ ਸੁਣ ਲਵੇ ਜਾਂ ਕੋਈ ਜਿਸ ਵੀ ਜਿਹਦੇ ਸੈਂਟੀਮੈਂਟਸ ਜੁੜੇ ਨੇ, ਹਨਾ, ਤੇ ਉਹ ਉਸ ਪੱਧਰ ਤੇ ਜਿਹੜੀ ਵਿਚਾਰ ਚਰਚਾ ਆ ਉਹਦਾ ਲਾਭ ਕੀ ਹੈ? ਮੈਂ ਜਵਾਬ ਦੇਣਾ ਚਾਹੁੰਦਾ। ਜਿਵੇਂ ਭਾਈ ਸਾਹਿਬ ਤੁਸੀਂ ਗੱਲ ਕੀਤੀ ਕਿ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ ਤੇ ਫਿਰ ਸਮਾਜ ਦੇ ਨਾਲ ਸਾਨੂੰ ਵਿਚਰਨਾ ਪਵੇਗਾ ਜੀ। ਤੁਸੀਂ ਪਹਿਲਾਂ ਇਹ ਗੱਲ ਕੀਤੀ ਕਿ ਜੇ ਸਾਡੇ ਨਾਲ ਹਿੰਦੂ ਵੀਰ ਵੀ ਰਹਿੰਦੇ ਨੇ, ਅਸੀਂ ਵੀ ਉਹਨਾਂ ਦੇ ਧਰਮ ਦਾ, ਉਹਨਾਂ ਦੇ ਤਿਉਹਾਰਾਂ ਦਾ ਸਤਿਕਾਰ ਕਰਦੇ ਹਾਂ, ਅਤੇ ਜਿੱਥੇ ਈਦ ਆਉਂਦੀ ਹੈ ਫਿਰ ਅਸੀਂ ਮੁਸਲਮਾਨਾਂ ਦੇ ਨਾਲ ਵੀ, ਉਹਨਾਂ ਵੀਰਾਂ ਦੇ ਨਾਲ ਵੀ ਖਲੋਨੇ ਹਾਂ। ਪਰ ਜਿੱਥੇ ਸਾਡਾ ਅਕੀਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਤੇ ਹੈ, ਜਿੱਥੇ ਸਾਡੇ ਸਿਧਾਂਤ ਤੇ ਚੋਟ ਲੱਗਦੀ ਹੈ, ਫਿਰ ਸਾਨੂੰ ਉਸ ਤੋਂ ਪਿੱਛੇ ਹਟਣਾ ਪਵੇਗਾ, ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਕਹਿੰਦੇ ਹਨ ਕਿ ਅੰਮ੍ਰਿਤਪਾਨ ਕਰੋ, ਤੇ ਫਿਰ ਅਸੀਂ ਧਾਗਿਆਂ ਨੂੰ ਬੰਨ੍ਹ ਕੇ ਅਸੀਂ ਉਹਨਾਂ ਕੋਲੋਂ ਕਿਵੇਂ ਉਹ ਵਚਨ ਲੈ ਸਕਦੇ ਹਾਂ? ਕੋਈ ਮਨੁੱਖ ਕਿਵੇਂ ਕਿਸੇ ਦੀ ਰਕਸ਼ਾ ਕਰ ਸਕਦਾ ਹੈ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸੇ ਕਰਕੇ ਸਾਨੂੰ ਸ਼ਸਤਰਧਾਰੀ ਬਣਾਇਆ ਕਿ ਆਪ ਤੁਸੀਂ ਆਪਣੀ ਰੱਖਿਆ ਕਰਨੀ ਹੈ। ਇਸੇ ਕਰਕੇ ਮੈਂ ਇਹ ਗੱਲ ਕਹਿੰਦਾ ਕਿ ਬਿਨਾਂ ਸ਼ੱਕ ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ, ਅਸੀਂ ਉਹਨਾਂ ਹਿੰਦੂ ਵੀਰਾਂ ਦਾ ਵੀ ਸਤਿਕਾਰ ਕਰਦੇ ਹਾਂ, ਮੁਸਲਮਾਨ ਵੀਰਾਂ ਦੇ ਤਿਉਹਾਰਾਂ ਦਾ ਵੀ ਸਤਿਕਾਰ ਕਰਦੇ ਹਾਂ, ਪਰ ਜਿੱਥੇ ਸਾਡੇ ਸਿਧਾਂਤ ਦੀ ਗੱਲ ਆ ਜਾਂਦੀ ਹੈ ਉੱਥੇ ਫਿਰ ਸਾਨੂੰ ਆਪਣੇ ਗੁਰੂ ਦੇ ਹੁਕਮ ਮੁਤਾਬਕ ਹੀ ਜੀਵਨ ਬਤੀਤ ਕਰਨਾ ਪਵੇਗਾ। ਜੀ, ਬਹੁਤ ਵਧੀਆ ਲੱਗਿਆ ਜੀ ਆਪ ਵੀਰਾਂ ਦੇ ਨਾਲ ਵਿਚਾਰਾ ਕਰਕੇ। ਤੇ ਅੱਜ ਦਾ ਰੱਖੜੀ ਤੇ ਜੋ ਆਪਾਂ ਚਰਚਾ ਰੱਖੀ ਸੀ
ਹੁਣ ਇੱਥੇ ਹੀ ਸਮੇਂ ਦੀ ਸਮਾਪਤੀ ਕਰਦੇ ਹਾਂ ਤੇ ਉਮੀਦ ਹੈ ਕਿ ਇਸ ਚਰਚਾ ਤੋਂ ਬਾਅਦ ਕੁਝ ਗੱਲਾਂ ਕਲੀਅਰ ਜ਼ਰੂਰ ਹੋਣਗੀਆਂ, ਪਰ ਇਹ ਗੱਲ ਜ਼ਰੂਰ ਹੈ ਕਿ ਭਾਵੇਂ ਸਮਾਜਿਕ ਸਰੋਕਾਰ ਆਪਣੀ ਜਗ੍ਹਾ ਨੇ, ਜਿਸ ਤਰ੍ਹਾਂ ਸਰਦਾਰ ਅਮਰਿੰਦਰ ਸਿੰਘ ਜੀ ਨੇ ਕਿਹਾ, ਪਰ ਆਪਣੇ ਧਾਰਮਿਕ ਸਰੋਕਾਰ ਨਹੀਂ ਭੁੱਲਣੇ ਚਾਹੀਦੇ। ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਾ ਕੇ ਲਹਿੰਦੇ ਵੱਲ ਪਾਣੀ ਦਿੱਤਾ ਹੋਏਗਾ, ਉਦੋਂ ਵੀ ਤੇ ਕਿਸੇ ਦੇ ਸਰੋਕਾਰਾਂ ਤੇ ਠੇਸ ਪਹੁੰਚੀ ਹੋਏਗੀ। ਠੇਸ ਪਹੁੰਚੀ, ਬਿਲਕੁਲ। ਜਦੋਂ ਜਨੇਊ ਦਾ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਪਾਉਣਾ, ਤੇ ਪਰੰਤੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਗੱਲ ਹੋਰ ਸਪਸ਼ਟ ਕਰ ਦਿੱਤੀ ਹੈ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਸ਼ਹੀਦੀ ਵੇਲੇ ਕਿ ਤੁਸੀਂ ਵੀ ਬੁੱਤ ਸ਼ਿਕਨ, ਅਸੀਂ ਵੀ ਬੁੱਤ ਸ਼ਿਕਨ, ਤੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ, ਅੱਜ ਤੁਸੀਂ ਉਸੇ ਜਨੇਊ ਦੀ ਖਾਤਰ ਇੱਕ ਉਹ ਵੀ ਕਾਰਨ ਸੀਗਾ ਕਿ ਤੁਸੀਂ ਇਹਨਾਂ ਲੋਕਾਂ ਦੀ ਖਾਤਰ ਕਿਉਂ ਸ਼ਹਾਦਤ ਦੇਣ ਜਾ ਰਹੇ ਹੋ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜੇਕਰ ਧੱਕੇ ਨਾਲ ਕੋਈ ਚੀਜ਼ ਪਾਉਣੀ ਗਲਤ ਹੈ ਤਾਂ ਧੱਕੇ ਨਾਲ ਲਾਉਣੀ ਵੀ ਗਲਤ ਹੈ। ਕਹਿਣ ਤੋਂ ਭਾਵ ਕਿਸੇ ਨੂੰ ਆਪਾਂ ਵਿਚਾਰ ਦੇ ਸਕਦੇ ਹਾਂ ਆਪਣੇ, ਕਿ ਮੇਰੇ ਵਿਚਾਰ ਇਹ ਨੇ ਕਿ ਧਾਗਿਆਂ 'ਚ ਪ੍ਰੇਮ ਨਹੀਂ ਹੁੰਦਾ, ਪ੍ਰੇਮ ਦਿਲਾਂ 'ਚ ਹੋਣਾ ਚਾਹੀਦਾ ਹੈ, ਮਨਾਂ 'ਚ ਹੋਣਾ ਚਾਹੀਦਾ, ਜੋ ਕਿ ਅੱਜ ਮਨਫੀ ਹੋ ਰਿਹਾ ਸਾਡੇ ਸਮਾਜ 'ਚੋਂ। ਸਾਡਾ ਸਮਾਜ ਜਿੰਦੀਆਂ ਜਾਗਦੀਆਂ ਮਸ਼ੀਨਾਂ ਬਣਦਾ ਜਾ ਰਿਹਾ। ਭਾਈ ਸਾਹਿਬ ਜੀ, ਮੈਂ ਪਰਮਜੋਤ ਸਿੰਘ ਜੀ ਬਹੁਤ ਵਧੀਆ ਵਿਚਾਰ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਲਾਉਣ ਨਹੀਂ ਦਿੱਤਾ ਜੰਜੂ, ਹਨਾ। ਗੁਰੂ ਨਾਨਕ ਪਾਤਸ਼ਾਹ ਨੇ ਪਾਇਆ ਨਹੀਂ, ਉਹਨਾਂ ਨੇ ਇਹ ਗੱਲ ਕੀ ਵੀ ਮੈਂ ਲਾਉਣ ਨਹੀਂ ਦੇਣਾ, ਉਹਨੇ ਇਹ ਗੱਲ ਨਹੀਂ ਕਿ ਵੀ ਮੈਂ ਵੀ ਪਾ ਰਿਹਾ। ਨਾਲੇ ਉਹਨਾਂ ਨੇ ਕਿਹਾ ਨਾ ਕਿ ਮੈਂ ਮੰਨਦਾ, ਮੇਰਾ ਵਿਚਾਰ ਹੈ ਵੀ ਇਹ ਨਹੀਂ ਪਾਉਣਾ, ਪਰੰਤੂ ਧੱਕੇ ਨਾਲ ਲਾਉਣਾ, ਕਿਸੇ ਤੇ ਜ਼ੁਲਮ ਕਰਨਾ ਗਲਤ ਹੈ। ਅਗਲੇ ਦੀ ਆਪਣੀ ਵਿਚਾਰ ਹੈ। ਤਾਂ ਇਹੀ ਗੱਲ ਵੀ ਅਸੀਂ ਸਿੱਖ ਧਰਮ 'ਚ ਇਸ ਗੱਲ ਨੂੰ ਨਹੀਂ ਮੰਨਦੇ। ਅਸੀਂ ਇਹ ਨਹੀਂ ਕਹਿੰਦੇ ਭੈਣ ਭਰਾ ਦਾ ਪਿਆਰ ਖਤਮ ਹੋ ਜੇ, ਅਸੀਂ ਵਿੱਚੋਂ ਜਿਹੜਾ ਧਾਗੇ ਵਾਲਾ ਭੁਲੇਖਾ ਜਾਂ ਭਰਮ ਹੈ ਜਾਂ ਪਖੰਡ ਇਹਨੂੰ ਕੱਢਣ ਦੀ ਗੱਲ ਕਰਦੇ ਆ। ਜੀ ਜੀ, ਗੁਰਦੁਆਰਾ ਜੀ ਜਿਹੜਾ ਅੱਜ ਇੱਕ ਵੱਡੀ ਸਾਡੇ ਸਮਾਜ ਦੀ ਜਿਹੜੀ ਚਿੰਤਾ ਉਹ ਇਹ ਵੀ ਹੈ ਨਾ ਕਿ ਆਪਸ ਵਿੱਚ ਜਿਹੜੇ ਸਾਡੇ ਅੱਗੇ ਰਿਸ਼ਤਿਆਂ ਦੀ ਮੋਹ ਦੀਆਂ ਤੰਦਾਂ ਹੁੰਦੀਆਂ ਸਨ, ਉਹ ਰਿਸ਼ਤਿਆਂ ਦੀ ਉਹ ਮੋਹ ਦੀਆਂ ਤੰਦਾਂ ਵੀ ਤੇ ਟੁੱਟਦੀਆਂ ਜਾ ਰਹੀਆਂ ਨੇ ਨਾ। ਇਹ ਵੀ ਇੱਕ ਵੱਡੀ ਗੱਲ ਹੈ ਕਿ ਭਾਵੇਂ ਕਿ ਰੱਖੜੀ ਤੇ ਬਹੁਤ ਬੰਨੀ ਜਾ ਰਹੀ ਹੈ, ਪਰੰਤੂ ਅੱਜ ਅੱਗੇ ਲੋਕ ਦੇਖੋ ਨਾ, ਚਾਚੇ ਦੀਆਂ ਧੀਆਂ ਨੂੰ ਵੀ ਮਿਲਦੇ ਸੀ। ਮੈਨੂੰ ਕਿਸੇ ਸੱਜਣ ਨੇ ਦੱਸਿਆ, ਬਜ਼ੁਰਗ ਨੇ, ਕਿ ਮਾਲਵੇ ਏਰੀਏ ਦੀ ਗੱਲ ਹੈ। ਉਹ ਕਹਿੰਦੇ ਕਿ ਜਦੋਂ ਪਿੰਡ ਦੇ ਵਿੱਚ ਕੋਈ ਜਵਾਈ ਭਾਈ ਆਉਂਦਾ ਸੀ ਨਾ, ਤੇ ਜੇ ਉਹ ਘੋੜੀ ਤੇ ਆਉਂਦਾ ਸੀ ਜਾਂ ਕਿਸੇ ਸਾਧਨ ਤੇ ਆਉਂਦਾ ਸੀ, ਤੇ ਪਿੰਡ ਦਾ ਕੋਈ ਵੀ ਬੰਦਾ, ਕਿਉਂਕਿ ਪਤਾ ਹੁੰਦਾ ਸੀ ਕਿ ਸਾਡੇ ਪਿੰਡ ਦਾ ਜਵਾਈ ਹੈ, ਵਿਆਹਾਂ ਸ਼ਾਦੀਆਂ ਵਿੱਚ ਸਾਰੇ ਜਾਂਦੇ ਸਨ, ਜਦੋਂ ਫੇਰੇ ਹੁੰਦੇ ਸੀ ਉਦੋਂ ਸਾਰੇ ਪਹੁੰਚਦੇ ਸਨ ਆਨੰਦ ਕਾਰਜ ਵੇਲੇ, ਤੇ ਉਹਦੀ ਕਦਰ ਕਰਦਾ ਸੀ, ਹਰ ਇੱਕ ਬੰਦਾ ਉਹਦੀ ਕਦਰ ਕਰਦਾ ਸੀ। ਉਹਨੂੰ ਪਿੰਡ ਦੇ ਜਵਾਈ ਦਾ ਮਾਣ, ਆਪਸ ਦੇ ਵਿੱਚ ਸਾਰਿਆਂ ਦੇ ਸਰੋਕਾਰ ਹੁੰਦੇ ਸੀ, ਜਿਹੜੇ ਇੱਥੋਂ ਤੱਕ ਕਿ ਭਰਾ ਹੀ ਨਹੀਂ, ਦੂਜੇ ਬਾਬਿਆਂ ਜਿਹੜੇ ਭਰਾ ਭੈਣਾਂ ਦੂਰ ਤੱਕ ਰਿਸ਼ਤੇਦਾਰੀਆਂ ਮਿਲਦੇ ਸਨ। ਤੇ ਅੱਜ ਕੱਲ ਤੇ ਜਿਹਨੂੰ ਕਹਿ ਦਿੰਦੇ ਆ ਸਕੇ ਰਿਸ਼ਤੇਦਾਰ ਵੀ ਇੱਕ ਦੂਜੇ ਨੂੰ ਮਿਲਦੇ ਨਹੀਂ। ਕਈ ਥਾਂ ਤੇ ਐਸਾ ਹੁੰਦਾ ਭੈਣ ਭਰਾਵਾਂ ਦਾ ਵੀ ਮੋਹ ਟੁੱਟਿਆ ਹੋਇਆ, ਜ਼ਮੀਨ ਕਰਕੇ, ਜਾਇਦਾਦ ਕਰਕੇ, ਪੈਸੇ ਕਰਕੇ ਜਾਂ ਕਿਸੇ ਹੋਰ ਕਾਰਨਾਂ ਕਰਕੇ। ਸਮਾਜ ਦੇ ਵਿੱਚ ਇਸ ਪੱਧਰ ਤੇ ਅਵੇਅਰਨੈਸ ਦੀ ਲੋੜ ਹੈ। ਕੱਲਾ ਮੈਂ ਸਮਝਦਾ ਕਿ ਧਾਗਿਆਂ ਨਾਲ ਗੱਲ ਨਹੀਂ ਬਣਨੀ। ਜਿਹੜਾ ਪ੍ਰੇਮ ਸਾਡੇ ਵਿੱਚੋਂ, ਸਾਡੇ ਦਿਲਾਂ ਚੋਂ ਨਿਕਲਦਾ ਜਾ ਰਿਹਾ, ਅੱਜ ਦਾ ਮਨੁੱਖ ਪਦਾਰਥਵਾਦੀ ਹੁੰਦਾ ਜਾ ਰਿਹਾ ਹੈ। ਬਿਲਕੁਲ ਜੀ, ਬਿਲਕੁਲ ਭਾਈ ਸਾਹਿਬ, ਆਪ ਦੀ ਗੱਲ ਬਹੁਤ ਦਰੁਸਤ ਆ। ਉਹ ਜਿਹੜੇ ਟਾਂਗੇ ਤੇ ਜਵਾਈ ਪਿੰਡ ਦਾ ਆਉਂਦਾ ਸੀ, ਉਹ ਟਾਂਗੇ ਵਾਲਾ ਤੋਂ ਕੋਈ ਪੈਸੇ ਨਹੀਂ ਸੀ ਦਿੰਦਾ, ਕਹਿੰਦਾ ਤੂੰ ਸਾਡੇ ਪਿੰਡ ਦਾ ਜਵਾਈ, ਇਸ ਕਰਕੇ ਤੇਰੇ ਕੋਲ ਪੈਸੇ ਨਹੀਂ ਲੈਣੇ। ਜੀ ਜੀ ਬਿਲਕੁਲ, ਤੁਹਾਡੀ ਗੱਲ ਦਰੁਸਤ ਹੈ ਜੀ, ਬਿਲਕੁਲ ਸੱਚੀ ਗੱਲ ਹੈ। ਮਨਾਂ ਦੇ ਅੰਦਰੋਂ ਜਿਹੜਾ ਪਿਆਰ ਸੀ ਉਹ ਸਿਰਫ ਧਾਗਿਆਂ ਤੱਕ ਰਹਿ ਗਿਆ। ਜਾਂ ਅੱਜ ਅਸੀਂ ਵੇਖ ਲਈਏ ਕਿ ਜੇ ਕੋਈ ਧੀ ਆਪਣੇ ਭਰਾ ਦੇ ਘਰ ਜਾਂਦੀ ਹੈ ਤਾਂ ਕਿਤੇ ਸੂਟ ਮਾੜਾ ਵੇਚਵੇ, ਉਹ ਜਿਹੜੀ ਧੀ ਫਿਰ ਘਰ ਜਾ ਕੇ ਜਾਂ ਉਹਦੇ ਸਹੁਰਾ ਪਰਿਵਾਰ ਉਹਨੂੰ ਬੜੀਆਂ ਗੱਲਾਂ ਕਰਦੇ ਨੇ ਕਿ ਤੇਰੇ ਭਰਾ ਨੇ ਦਿੱਤਾ ਕੀ ਹੈ, ਸਿਰਫ ਲੈਣੇ ਕੇ ਵਿੱਚ, ਮਤਲਬ ਕਿ ਅਸੀਂ ਲਾਲਚੀ ਹੋ ਗਏ। ਅਮਰਿੰਦਰ ਜੀ, ਤੁਸੀਂ ਥੋੜੇ ਦਿਨ ਪਹਿਲਾਂ ਇੱਕ ਪੋਸਟ ਵੇਖੀ ਹੋਏਗੀ ਫੇਸਬੁੱਕ ਤੇ ਕਿ ਇੱਕ ਭਰਾ ਆਪਣੀ ਭੈਣ ਜਿਹੜੀ ਬਾਹਰ ਸੀ, ਉਹਨੇ ਪੈਸੇ ਭੇਜੇ, ਉਹ ਸਹੁਰੇ ਪਰਿਵਾਰ ਨੂੰ ਗੱਡੀ ਦਿਵਾਉਣ ਗਿਆ ਤੇ ਉਹਨੇ ਡੀਲਰ ਨੂੰ ਜਾ ਕੇ ਅੱਖ ਮਾਰੀ। ਉਹ ਡੀਲਰ ਆਪ ਦੱਸ ਰਿਹਾ ਸੀ ਵੀ ਉਹ ਮੈਨੂੰ ਕਹਿੰਦਾ ਮੈਂ ਤੇਰੇ ਕੋਲ ਲੈ ਕੇ ਆਇਆ ਤੇ ਇਹਦੇ ਵਿੱਚੋਂ ਮੇਰੀ ਕਮਿਸ਼ਨ ਹੋਣੀ ਚਾਹੀਦੀ। ਉਹ ਕਹਿੰਦਾ ਕਿੱਥੇ ਭੈਣ ਭਰਾ ਦਾ ਪਿਆਰ, ਹਨਾ। ਤੇ ਬਾਕੀ ਚਲੋ ਪਦਾਰਥਵਾਦੀ, ਜਿਵੇਂ ਪਰਮਜੋਤ ਸਿੰਘ ਜੀ ਕਹਿ ਰਹੇ ਨੇ, ਪਦਾਰਥਵਾਦ ਤੱਕ ਹੀ ਸਾਰਾ ਸਿਸਟਮ ਰਹਿ ਗਿਆ। ਗੁਰੂ ਨਾਲ ਵੀ ਸਾਡਾ ਅੱਜ ਵੀ, ਉਦੋਂ ਵੀ ਅਰਦਾਸ 30 ਸਾਲ ਪਹਿਲਾਂ ਵੀ ਪਦਾਰਥਾਂ ਦੀ ਸੀ ਤੇ ਅੱਜ ਵੀ ਸਾਡੀ ਪਦਾਰਥਾਂ ਦੀ। ਅਸੀਂ ਗੁਰੂ ਨਾਨਕ ਪਾਤਸ਼ਾਹ ਤੋਂ ਵੀ ਕਦੇ ਪਰਮਾਰਥ ਨਹੀਂ ਮੰਗਦੇ ਤੇ ਦੁਨਿਆਵੀ ਵੀ ਸਾਡੀ ਪਦਾਰਥਾਂ ਤੱਕ ਹੀ ਸੀਮਿਤ ਰਹਿ ਗਿਆ ਸਿਸਟਮ। ਤੇ ਗੁਰੂ ਘਰ ਵਿੱਚ ਅਸੀਂ ਪਦਾਰਥਾਂ ਤੱਕ ਹੀ ਰਹਿ ਗਏ, ਹਨਾ ਜੀ। 30 ਸਾਲ ਪਹਿਲਾਂ ਪੁੱਤਰ ਮੰਗਦਾ ਸੀ ਤੇ ਅੱਜ ਪੁੱਤਰ ਆ। ਅੱਜ ਵੀ ਸਿਸਟਮ ਉੱਥੇ ਹੀ ਸਾਡਾ ਸਾਰਿਆਂ ਦਾ, ਮਤਲਬ ਪਦਾਰਥਾਂ ਕਰਕੇ ਰਿਸ਼ਤੇ ਖਤਮ ਹੋ ਰਹੇ ਨੇ, ਪਰ ਬਾਹਰੀ ਦਿਖਾਵਾ ਜਿਹੜਾ ਆ ਉਹ ਵੱਧ ਗਿਆ।
ਇੱਕ ਦੂਜੇ ਨੂੰ ਇਹ ਦਿਖਾਉਣਾ ਕਿ ਮੈਂ ਤੈਨੂੰ ਪ੍ਰੇਮ ਬਹੁਤ ਕਰਦਾ ਹਾਂ, ਮੇਰੀ ਤੇਰੇ ਨਾਲ ਰਿਸ਼ਤੇਦਾਰੀ ਹੈ, ਮੇਰੀ ਤੇਰੇ ਨਾਲ ਦੋਸਤੀ ਬੜੀ ਹੈ, ਇਹ ਦਿਖਾਵੇ ਤੇ ਹੋ ਰਹੇ ਨੇ, ਫਰੈਂਡਸ਼ਿਪ ਡੇ ਤੇ ਮਨਾਏ ਜਾ ਰਹੇ ਨੇ, ਪਰ ਉਹ ਇੱਕ ਜਿਹੜਾ ਸਰੋਕਾਰ ਹੈ ਆਪਸੀ ਮਨਾਂ ਦੇ ਵਿੱਚ ਪ੍ਰੇਮ ਹੈ ਜਿਹੜਾ, ਉਹ ਨਹੀਂ ਕਿਤੇ ਨਾ ਕਿਤੇ ਨਹੀਂ। ਹਾਂਜੀ, ਕਿੰਨੀਆਂ ਫੋਟੋ ਆਉਂਦੀਆਂ ਮਦਰ ਡੇ ਵਾਲੇ ਦਿਨ ਮਾਂ ਨਾਲ, ਪਰ ਉਂਝ ਕਿਸੇ ਨੇ ਮਾਂ ਨਾਲ ਕੋਈ ਫੋਟੋ ਨਹੀਂ ਪਾਈ, ਹੈਨਾ ਜੀ। ਜੀ ਜੀ, ਇਹ ਸਾਰਾ ਸਿਸਟਮ ਹੀ ਐਵੇਂ ਦਾ। ਹਾਂਜੀ ਵੀਰ ਜੀ, ਪਰਮਜੋਤ ਸਿੰਘ ਜੀ, ਬਹੁਤ ਤੁਹਾਡਾ ਧੰਨਵਾਦ ਹੈ ਜੀ। ਸਾਰਿਆਂ ਦਾ ਸਮਾਂ ਜਿਹੜਾ ਉਹ ਸਮਾਪਤ ਹੈ ਸਾਡਾ ਇੱਥੇ, ਤੇ ਅੱਜ ਰੱਖੜੀ ਦੇ ਵਿਸ਼ੇ ਤੇ, ਸਮਾਜਿਕ ਸਰੋਕਾਰਾਂ ਦੇ ਵਿਸ਼ੇ ਤੇ ਬਹੁਤ ਸੋਹਣੇ ਵਿਚਾਰ ਆਪ ਜੀ ਨੇ ਰੱਖੇ ਨੇ, ਤੇ ਗੁਰੂ ਪਾਤਸ਼ਾਹ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਫਿਰ ਵੀ ਸਾਡਾ ਇਹ ਸਿਸਟਮ ਪੂਰਾ ਤਾਂ ਨਹੀਂ ਸਾਫ਼ ਹੋਇਆ, ਪਰ ਕੁਝ ਹੱਦ ਤੱਕ ਲੋਕ ਹਟ ਗਏ ਨੇ ਗੁਰੂ ਘਰਾਂ ਵਿੱਚ ਰੱਖੜੀਆਂ ਬੰਨ੍ਹਣ ਤੋਂ। ਮੈਂ ਪਿਛਲੇ ਸਾਲ ਦੀ ਅੱਜ ਦੀ ਗੱਲ ਕਰ ਰਿਹਾ, ਕੁਝ ਹੱਦ ਤੱਕ ਫਿਰ ਵੀ ਸਿਸਟਮ ਠੀਕ ਹੋ ਰਿਹਾ। ਤੇ ਕਿਰਪਾ ਕਰੇ ਗੁਰਜੀਤ ਸਿੰਘ ਜੀ ਉਹ ਗੱਲ ਕਹਿੰਦੇ ਆ ਜੀ, ਅੱਜ ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਕਥਾ ਵਿਚਾਰਾਂ ਰਾਹੀਂ ਜਾਂ ਲੋਕਾਂ ਨੂੰ ਜਾਣਕਾਰੀ ਦਿੰਦੇ ਆ ਕਿ ਰੱਖੜੀ ਦਾ ਕੋਈ ਸੰਬੰਧ ਨਹੀਂ, ਅਤੇ ਜੇ ਕਿਵੇਂ ਜਿਵੇਂ ਕਵੀ ਨੇ ਗੱਲ ਕੀਤੀ ਹੈ ਕਿ ਅਗਰ ਬਾਤ ਨਿਕਲੀ ਹੈ ਤਾਂ ਦੂਰ ਤੱਕ ਜਾਏਗੀ। ਜੇ ਅੱਜ ਅਸੀਂ ਗੱਲ ਕਰਦੇ ਹਾਂ ਆਪਣੇ ਗੁਰੂ ਘਰਾਂ ਤੋਂ, ਤੇ ਹੋ ਸਕਦਾ ਹੈ ਕੋਈ ਐਸਾ ਸਮਾਂ ਆ ਜਾਵੇ ਕਿ ਜਿਹੜੇ ਗੁਰੂ ਘਰਾਂ ਦੇ ਅੰਦਰ ਨਿਸ਼ਾਦ ਸਾਹਿਬ ਨੂੰ ਰੱਖੜੀਆਂ ਬੰਨਣੀਆਂ, ਪਾਲਕੀ ਸਾਹਿਬ ਨੂੰ ਰੱਖੜੀਆਂ ਬੰਨਣੀਆਂ, ਹੋ ਸਕਦਾ ਹੈ ਆਉਣ ਵਾਲੇ 2-3 ਸਾਲਾਂ ਦੇ ਵਿੱਚ ਇਹ ਚੀਜ਼ਾਂ ਬੰਦ ਹੋ ਜਾਣ। ਬਸ ਯਤਨ ਜ਼ਰੂਰੀ ਹੈ ਜੀ। ਜੀ ਜੀ ਜੀ, ਯਤਨ ਜਿਹੜੇ ਸੁਹਿਰਦਤਾ ਨਾਲ ਕੋਸ਼ਿਸ਼ ਹੈ ਨਾ, ਉਹ ਸਫਲ ਹੁੰਦੀ ਹੈ। ਅਕਸਰ ਕਿਹਾ ਜਾਂਦਾ ਹੈ ਕਿ ਵਾਅਦੇ ਜਿਹੜੇ ਕੀਤੇ ਜਾਂਦੇ ਨੇ, ਵਾਅਦੇ ਤਾਂ ਟੁੱਟਣ ਲਈ ਹੁੰਦੇ ਨੇ, ਸਫਲਤਾ ਕੋਸ਼ਿਸ਼ ਹੁੰਦੀ ਹੈ। ਤੇ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਤੁਹਾਡਾ ਦੋਨਾਂ ਵੀਰਾਂ ਦਾ, ਸਰਦਾਰ ਅਮਰਿੰਦਰ ਸਿੰਘ ਜੀ ਕਾਂਗਥਲੀ, ਗੁਰਜੀਤ ਸਿੰਘ ਜੀ ਕਕਰਾਲਾ, ਅੱਜ ਦੀ ਚਰਚਾ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਧੰਨਵਾਦ। ਉਮੀਦ ਹੈ ਅੱਗੋਂ ਵੀ ਜਦੋਂ ਆਪ ਜੀ ਨੂੰ ਬੇਨਤੀ ਕੀਤੀ ਜਾਏਗੀ, ਆਪ ਜੀ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਜ਼ਰੂਰ ਦਰਸ਼ਨ ਦਿਓਗੇ ਜੀ। ਬਹੁਤ ਧੰਨਵਾਦ। ਫਤਿਹ ਅਰਜ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦਾ ਸਿੱਖ ਸੱਭਿਆਚਾਰ ਤੇ ਕਿੰਨਾ ਕੁ ਪ੍ਰਭਾਵ ਪੈ ਰਿਹਾ ਹੈ, ਸਰਦਾਰ ਅਮਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ, ਅੱਜ ਦੇ ਵਿਸ਼ੇ ਨੂੰ ਰੱਖੜੀ ਦੇ ਤਿਉਹਾਰ ਦੇ ਨਾਲ ਜੋੜਨ ਲਈ ਆਪ ਜੀ ਦਾ ਧੰਨਵਾਦ ਹੈ, ਕਿਉਂਕਿ ਸਤਿਗੁਰੂ ਜੀ ਦਾ ਪਾਵਨ ਬਚਨ ਬਾਣੀ ਅੰਦਰ ਆਉਂਦਾ ਹੈ, ਜਾਲੋਂ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ। ਭਾਵੇਂ ਸਾਡੇ ਲੋਕਾਂ ਦੇ ਮਨਾਂ ਦੇ ਅੰਦਰ ਇਹ ਗੱਲ ਬਿਲਕੁਲ ਚੰਗੀ ਤਰ੍ਹਾਂ ਵਸ ਚੁੱਕੀ ਹੈ, ਘਰ ਕਰ ਚੁੱਕੀ ਹੈ ਕਿ ਜਿਹੜੀ ਰੱਖੜੀ ਹੈ ਇਹ ਭੈਣ ਅਤੇ ਭਰਾ ਦਾ ਇੱਕ ਦੂਜੇ ਦੀ ਭਰਾ ਵੱਲੋਂ ਭੈਣ ਦੀ ਰੱਖਿਆ ਕਰਨ ਦਾ